ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਖਾਸ ਮਸਲਿਆਂ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਉਹਨਾਂ ਮਸਲਿਆਂ ਦੇ ਨਾਲ ਕਰਾਂਗੇ ਜੋ ਅੱਜ ਦੇ ਦਿਨ ਦੇ ਵਿੱਚ ਬਹੁਤ ਵੱਡੇ ਰਹਿਣ ਵਾਲੇ ਨੇ। ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਚੱਕਾ ਜਾਮ ਦੀ ਕਾਲ ਦਿੱਤੀ ਗਈ ਹੈ। 3 ਘੰਟਿਆਂ ਦਾ ਚੱਕਾ ਜਾਮ 26 ਜਨਵਰੀ ਦੀ ਘਟਨਾ ਤੋਂ ਬਾਅਦ ਇਹ ਕਿਸਾਨ ਜਥੇਬੰਦੀਆਂ ਦਾ ਪਹਿਲਾ ਕੋਈ ਐਲਾਨ ਹੈ ਜੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਕੀਤਾ ਜਾਣਾ ਹੈ। ਤੇ ਕਿਸਾਨ ਜਥੇਬੰਦੀਆਂ ਨੇ ਇਸ ਐਲਾਨ ਦੇ ਵਿੱਚ ਕੀ ਕੁਝ ਕਿਹਾ ਹੈ, ਕਿਹੋ ਜਿਹੀ ਰੂਪਰੇਖਾ, ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਤੇ ਨਾਲ ਹੀ ਪੰਜਾਬ ਦੇ ਵਿੱਚ ਪੈਦਾ ਹੋ ਰਹੇ ਸਿਆਸੀ ਘਮਾਸਾਨ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸਿਆਸੀ ਇਲਜ਼ਾਮਾਂ ਦਾ ਦੌਰ ਹੈ। ਸੁਖਵੀਰ ਬਾਦਲ ਰਾਜਾ ਵੜਿੰਗ ਦੇ ਉੱਤੇ ਲਾ ਰਹੇ ਨੇ। ਰਾਜਾ ਵੜਿੰਗ ਤੇ ਸੁਖਵੀਰ ਬਾਦਲ ਦੀ ਇਸ ਜੰਗ ਦੇ ਵਿੱਚ ਕੀ ਕੁਝ ਵੱਖਰਾ ਰਹੇਗਾ, ਉਸ ਸਿਆਸੀ ਜੰਗ ਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕੀ ਵਿਧਾਨ ਸਭਾ ਦਾ ਸੈਸ਼ਨ ਹੋ ਸਕਦਾ ਹੈ, ਇਸ ਤੇ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਚਰਚਾ ਦੇ ਵੱਲ ਵਧੀਏ। ਡੱਲਾ ਜੀ ਸਵਾਗਤ ਹੈ ਜੀ। ਤੁਹਾਡਾ ਵੀ ਬਹੁਤ ਧੰਨਵਾਦ ਔਰ ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਚੱਕਾ ਜਾਮ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਰੂਪਰੇਖਾ ਕੀ ਹੈ ਅੱਜ ਦੇ ਚੱਕਾ ਜਾਮ ਦੀ ਜੋ ਹੈ। ਦੇਖੋ, ਕਿਸਾਨ ਆਗੂਆਂ ਨੇ ਚੱਕਾ ਜਾਮ ਦੀ ਰੂਪਰੇਖਾ ਤਾਂ ਸਪਸ਼ਟ ਕਰਤੀ ਗਗਨ ਕਿ ਉਹਨਾਂ ਨੇ 12 ਤੋਂ 3 ਵਜੇ ਤੱਕ ਸਿਰਫ 3 ਘੰਟਿਆਂ ਦੇ ਲਈ ਪੂਰੇ ਮੁਲਕ ਦੇ ਵਿੱਚ ਚੱਕਾ ਜਾਮ ਕਰਨਾ ਹੈ। ਔਰ ਪਹਿਲਾਂ ਵੀ ਜਦੋਂ ਕਿਸਾਨਾਂ ਨੇ ਜਾਮ ਬੁਲਾਇਆ ਸੀ, ਐਲਾਨ ਕੀਤਾ ਸੀ, ਉਦੋਂ ਵੀ ਕੁਝ ਸਮੇਂ ਲਈ ਉਹਨਾਂ ਨੇ ਚੱਕਾ ਜਾਮ ਕੀਤਾ ਸੀ। ਦੇਖੋ, ਕੱਲ ਜਿੰਨੇ ਟੋਲ ਪਲਾਜ਼ੇ ਨੇ, ਕੋਸ਼ਿਸ਼ ਕਿਸਾਨ ਲੀਡਰਾਂ ਦੀ ਇਹ ਹੈ, ਕਿਸਾਨ ਜਥੇਬੰਦੀਆਂ ਦੀ, ਕਿ ਅਸੀਂ ਟੋਲ ਪਲਾਜ਼ਿਆਂ ਤੇ ਵੀ ਆਪਣੀਆਂ ਟੀਮਾਂ ਲਾ ਦਈਏ। ਉੱਤਰ ਭਾਰਤ ਦੇ ਵਿੱਚ ਤਾਂ ਕਾਫੀ ਸਾਰੇ ਟੋਲ ਬੰਦ ਨੇ, ਪੰਜਾਬ ਹਰਿਆਣਾ ਦੇ ਵਿੱਚ ਬਹੁਤ ਸਾਰੇ ਟੋਲ ਬੰਦ ਨੇ। ਕਿਸਾਨਾਂ ਦੀ ਕੋਸ਼ਿਸ਼ ਹੈ ਕਿ ਟੋਲਾਂ ਦੇ ਉੱਤੇ ਸਾਡੀਆਂ ਟੀਮਾਂ ਰਹਿਣ ਔਰ ਟੋਲਾਂ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਵੇ ਤਾਂ ਕਿ ਚੱਕਾ ਜਾਮ ਹੈ ਜਿਹੜਾ ਕਾਮਯਾਬ ਰਹੇ। ਔਰ ਪੂਰੇ ਦੇਸ਼ 'ਚ ਕਿਸਾਨ ਸੰਗਠਨਾਂ ਦੀ ਇਹ ਯੋਜਨਾ ਹੈ। ਔਰ ਦੂਸਰਾ, ਕਿਸਾਨਾਂ ਨੇ ਇਹ ਵੀ ਕੀਤਾ ਹੈ, ਕੋਈ ਬਰਾਤ ਹੈ, ਕੋਈ ਬਿਮਾਰ ਹੈ, ਕੋਈ ਮਰੀਜ਼ ਜਾ ਰਿਹਾ ਹੈ, ਕੋਈ ਐਂਬੂਲੈਂਸ ਜਾ ਰਹੀ ਹੈ ਔਰ ਕੋਈ ਅਤੀ ਜ਼ਰੂਰੀ ਕੰਮ ਤੇ ਅਗਰ ਜਾ ਰਿਹਾ ਹੈ ਤੇ ਉਹਨਾਂ ਨੂੰ ਨਹੀਂ ਰੋਕਿਆ ਜਾਣਾ। ਸੋ ਇਹ ਗੱਲ ਚੰਗੀ ਕੀਤੀ ਹੈ ਉਹਨਾਂ ਨੇ ਕਿ ਐਂਬੂਲੈਂਸ ਭਾਵੇਂ ਫੌਜ ਹੈ, ਮਿਲਟਰੀ ਹੈ, ਔਰ ਇਹਨਾਂ ਸਾਰਿਆਂ ਦੇ ਲਈ ਜਿਹੜੇ ਰਸਤੇ ਨੇ ਉਹ ਖੋਲ੍ਹ ਕੇ ਰੱਖੇ ਜਾਣੇ ਨੇ। ਔਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਇਹ ਬਹੁਤ ਸੰਗਠਿਤ ਤਰੀਕੇ ਦੇ ਨਾਲ ਅਸੀਂ ਗੈਰ ਹਿੰਸਕ, ਕਿਸੇ ਤਰ੍ਹਾਂ ਦੀ ਜਿਹੜੀ ਹਿੰਸਾ ਕਰਨ ਵਾਲੇ ਨੂੰ ਕੋਈ ਇਜਾਜ਼ਤ ਨਹੀਂ ਹੈ। ਸੋ ਵੱਖ-ਵੱਖ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਸਪਸ਼ਟ ਕਿਹਾ ਗਗਨ ਕਿ ਕੋਈ ਆਪਣੇ ਮਨ 'ਚ ਵਿਚਾਰ ਹੀ ਨਾ ਲਿਆਵੇ ਕਿ ਅਸੀਂ ਇਸ ਅੰਦੋਲਨ 'ਚ ਕਿਸੇ ਨਾਲ ਟਕਰਾਅ ਕਰਨਾ ਹੈ। ਕਿਸੇ ਨਾਲ ਉਹਨਾਂ ਨੇ ਕਿਹਾ ਕਿ ਟਕਰਾਅ ਨਹੀਂ ਕਰਨਾ ਔਰ ਕਿਸੇ ਵੀ ਕੀਮਤ ਤੇ ਟਕਰਾਅ ਨਹੀਂ ਕਰਨਾ, ਤਾਂ ਕਿ ਜਿਹੜੀ ਕਿਸਾਨਾਂ ਦੀ ਜਿਹੜੀ ਇੱਜ਼ਤ ਹੈ ਉਹ ਕਿਸੇ ਤਰ੍ਹਾਂ ਵੀ ਉਹਨੂੰ ਖਰਾਬ ਨਾ ਕੀਤਾ ਜਾ ਸਕੇ। ਸੋ ਜਿਹੜਾ ਕੱਲ੍ਹ ਦਾ ਜਾਮ ਹੈ ਦੇਸ਼ ਵਿਆਪੀ 26 ਜਨਵਰੀ ਦੇ ਅੰਦੋਲਨ ਤੋਂ ਬਾਅਦ, 26 ਜਨਵਰੀ ਦੇ ਅੰਦੋਲਨ ਤੋਂ ਬਾਅਦ ਦੇਖੋ 5 ਦਿਨ ਉਹ ਨਿਕਲ ਗਏ, 5 ਦਿਨ ਇਹ, 10 ਦਿਨ ਖਤਮ ਹੋਣ ਤੋਂ ਬਾਅਦ ਅੱਜ 11ਵੇਂ ਦਿਨ ਜਿਹੜੇ ਕਿਸਾਨਾਂ ਨੇ ਕੋਈ ਵੱਡਾ ਪ੍ਰੋਗਰਾਮ ਦਿੱਤਾ ਹੈ। ਹਾਲਾਂਕਿ 30 ਤਰੀਕ ਨੂੰ ਭੁੱਖ ਹੜਤਾਲ ਦਾ ਪ੍ਰੋਗਰਾਮ ਕਿਸਾਨਾਂ ਨੇ ਰੱਖਿਆ ਸੀ। ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਜਿਹੜੇ ਸੂਬਾ ਪੱਧਰ ਦੇ ਉੱਤੇ ਪ੍ਰੋਗਰਾਮ ਹੁੰਦੇ ਰਹੇ ਨੇ। ਔਰ ਕਿਸਾਨਾਂ ਨੇ ਖਾਸ ਤੌਰ 'ਤੇ ਇਹ ਵੀ ਗਗਨ ਕਿਹਾ ਕਿ ਉੱਤਰ ਪ੍ਰਦੇਸ਼ ਔਰ ਬਿਹਾਰ, ਜਿੱਥੇ ਗੰਨੇ ਦੀ ਕਟਾਈ ਦਾ ਸੀਜ਼ਨ ਹੈ, ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਗੰਨੇ ਦੀ ਕਟਾਈ 'ਚ ਲੱਗੇ ਹੋਏ ਨੇ, ਕਿਉਂਕਿ ਉੱਧਰ ਗੰਨਾ ਵੀ ਮੁੱਖ ਫਸਲ ਹੈ। ਸੋ ਉਹਨਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਇਸ ਜਾਮ ਦੀ ਬਜਾਏ ਖੇਤਾਂ 'ਚ ਆਪਣੇ ਕੰਮ ਕਰੋ ਔਰ ਪੈਦਲ ਮਾਰਚ ਕਿਸੇ ਤਰੀਕੇ ਦਾ ਨਾ ਕਰੋ। ਇਸ ਤਰੀਕੇ ਦੇ ਸੁਨੇਹੇ ਵੀ ਜਿਹੜੇ ਕਿਸਾਨਾਂ ਨੇ, ਜਿਹੜੇ ਵੱਡੇ ਵੱਡੇ ਆਗੂ ਨੇ, ਉਹਨਾਂ ਨੇ ਲਾਏ ਨੇ। ਪਰ ਨਜ਼ਰ ਸਾਰਿਆਂ ਦੀ ਬਣੀ ਰਹੂਗੀ ਕਿ ਕੱਲ੍ਹ ਦਾ ਅੱਜ ਦਾ ਜਿਹੜਾ ਜਾਮ ਹੈ 6 ਫਰਵਰੀ ਦਾ, ਉਹਦਾ ਨਤੀਜਾ ਕੀ ਨਿਕਲਦਾ। ਔਰ ਕਈ ਪੋਲੀਟੀਕਲ ਜਿਹੜੇ ਬਿਆਨ ਨੇ ਇਸ ਜਾਮ ਨੂੰ ਲੈ ਕੇ, ਕਈ ਤਰ੍ਹਾਂ ਦੇ ਪੋਲੀਟੀਕਲ ਬਿਆਨ ਵੀ ਆਏ ਨੇ। ਔਰ ਮੈਂ ਇਹ ਵੀ ਦੱਸ ਦੇਵਾਂ ਗਗਨ ਕਿ ਕੱਲ੍ਹ ਹੀ ਬੈਠਕ ਹੋਈ ਹੈ ਅਮਿਤ ਸ਼ਾਹ ਹੋਰਾਂ ਦੇ ਨਾਲ, ਜਿਹੜੇ ਕਿ ਦੇਸ਼ ਦੇ ਗ੍ਰਹਿ ਮੰਤਰੀ ਹੈ, ਔਰ ਜਿਹੜੇ ਅਜੀਤ ਡੋਭਾਲ ਨੇ, ਅਜੀਤ ਡੋਭਾਲ ਕੌਮੀ ਸੁਰੱਖਿਆ ਸਲਾਹਕਾਰ ਨੇ। ਔਰ ਵਿਉਂਤਬੰਦੀ ਇਹ ਬਣਾਈ ਗਈ ਹੈ ਕਿ ਦਿੱਲੀ ਦੇ ਵਿੱਚ ਕਿਵੇਂ ਵਾਧੂ ਫੋਰਸ ਦੀ ਤੈਨਾਤੀ ਰੱਖਣੀ ਹੈ ਤਾਂ ਕਿ ਦਿੱਲੀ 'ਚ ਕਿਸੇ ਤਰ੍ਹਾਂ ਦੀ ਹਿੰਸਕ ਘਟਨਾ ਨਾ ਹੋਵੇ। ਔਰ ਦਿੱਲੀ ਪੁਲਿਸ ਨੇ ਜਿਹੜੀ ਪਰਸੋਂ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ ਵਿੱਚ ਕਈ ਨਵੇਂ ਖੁਲਾਸੇ ਕੀਤੇ। ਦਿੱਲੀ ਪੁਲਿਸ ਨੇ ਕਈ ਤਰ੍ਹਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਉਹਨਾਂ ਦੇ ਉੱਤੇ ਨਿਗਰਾਨੀ ਰੱਖ ਰਹੀ ਹੈ ਦਿੱਲੀ ਪੁਲਿਸ। ਨਿਸ਼ਚਿਤ ਤੌਰ ਦੇ ਉੱਤੇ ਪੁਲਿਸ ਦੀ ਚਿੰਤਾ ਕਾਫੀ ਜ਼ਿਆਦਾ ਹੈ। ਐਡੇ ਵੱਡੇ ਪੱਧਰ ਤੇ ਜਦੋਂ ਅੰਦੋਲਨ ਹੁੰਦੇ ਨੇ, ਕੋਈ ਵੀ ਮਾੜਾ ਵਿਅਕਤੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਖਾਸ ਤੌਰ ਤੇ ਪਾਕਿਸਤਾਨ ਵਾਲੇ ਪਾਸਿਓਂ ਜਿਹੜਾ ਸਾਡਾ ਪੁਰਾਣਾ ਜਿਹੜਾ ਹੈਗਾ ਸਬੰਧ ਜਿਹਦੇ ਨਾਲ ਖਰਾਬ ਹੈ, ਦੁਸ਼ਮਣ ਮੁਲਕ ਹੈ ਇੱਕ ਤਰੀਕੇ ਨਾਲ, ਵੱਡੀ ਗਿਣਤੀ 'ਚ ਉਹ ਇੱਥੇ ਵਾਰਦਾਤਾਂ ਵੀ ਅੰਜਾਮ ਦਿੰਦੇ ਨੇ। ਹੁਣ ਇਹ ਜਿਹੜੀ ਗੱਲ ਹੈ, ਇਹਦੇ ਮੱਦੇਨਜ਼ਰ ਕਿ ਪੂਰੇ ਮੁਲਕ ਦੇ ਵਿੱਚ ਸੁਰੱਖਿਆ ਦੀ ਨਿਗਰਾਨੀ ਰੱਖੀ ਜਾਣੀ ਹੈ ਔਰ ਦਿੱਲੀ ਜਿਹੜੀ ਰਾਸ਼ਟਰੀ ਰਾਜਧਾਨੀ ਹੈ, ਕੌਮੀ ਰਾਜਧਾਨੀ ਦਾ ਜਿਹੜਾ ਖੇਤਰ ਹੈ, यूपी, दिल्ली और
ਉੱਤਰ ਪ੍ਰਦੇਸ਼ ਔਰ ਦਿੱਲੀ ਔਰ ਇਹ ਸਾਰੇ ਸੂਬੇ ਨੇ ਜਿਹੜੇ ਇਹਨਾਂ ਨੂੰ ਮਿਲ ਜੁਲ ਕੇ ਨਿਗਰਾਨੀ ਰੱਖਣ ਦੀ ਗੱਲ ਕਹੀ ਗਈ ਹੈ। ਸੁਰੱਖਿਆ ਨੂੰ ਲੈ ਕੇ ਵੀ ਮਿਲ ਕੇ ਕੰਮ ਕਰੋ ਤਾਂ ਕਿ ਕੋਈ ਵੀ ਗੈਰ ਵਾਜਿਬ ਤੱਤ ਹੈ ਜਿਹੜਾ ਉਹ ਗਲਤ ਘਟਨਾ ਨੂੰ ਅੰਜਾਮ ਨਾ ਦੇ ਦੇ। ਇਸੇ ਤਰ੍ਹਾਂ ਦੀ ਚਿੰਤਾ ਕਿਸਾਨ ਸੰਗਠਨਾਂ ਦੀ ਹੈ। ਕਿਸਾਨ ਸੰਗਠਨ ਵੀ ਸਭ ਨੂੰ ਕਹਿ ਰਹੇ ਨੇ ਕਿ ਸਾਡੇ ਚੋਂ ਕੋਈ ਵੀ ਵਿਅਕਤੀ ਅੰਦੋਲਨ ਦੀਆਂ ਹਦਾਇਤਾਂ ਨਹੀਂ ਤੋੜੂਗਾ, ਅੰਦੋਲਨ ਦੇ ਦਿਸ਼ਾ ਨਿਰਦੇਸ਼ ਨਹੀਂ ਤੋੜੂਗਾ। ਜਿਵੇਂ 26 ਜਨਵਰੀ ਨੂੰ ਹੋਇਆ ਸੀ, ਦੇਖੋ ਕੁਝ ਕੁ ਭੱਜ ਗਏ ਉਧਰ ਲਾਲ ਕਿਲੇ ਵਾਲੇ ਨੂੰ ਪਾਸੇ ਨੂੰ, ਔਰ ਸਾਰਾ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਾਡਾ ਅੰਦੋਲਨ ਬਦਨਾਮ ਕੀਤਾ ਕੁਝ ਲੋਕਾਂ ਨੇ। ਹੁਣ ਇਸ ਵਾਰ ਕੋਈ ਘਟਨਾ ਨਾ ਵਾਪਰੇ ਇਹਦੇ ਲਈ ਦਿੱਲੀ ਪੁਲਿਸ ਵੀ ਚੌਕਸ ਹੈ। ਦਿੱਲੀ ਪੁਲਿਸ ਦੀ ਮੁੱਖ ਡਿਊਟੀ ਹੈ ਔਰ ਅਮਿਤ ਸ਼ਾਹ ਹੁਣੇ ਖੁਦ ਦਖਲ ਦੇ ਰਹੇ ਨੇ। ਮੈਨੂੰ ਇਹ ਲੱਗਦਾ ਗਗਨ, ਜਦੋਂ ਅਮਿਤ ਸ਼ਾਹ ਵਰਗੇ ਔਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਖੁਦ ਸੁਰੱਖਿਆ ਦੇ ਇੰਤਜ਼ਾਮਾਂ ਦਾ ਮੌਕਾ ਮੁਆਇਨਾ ਕਰ ਰਹੇ ਨੇ, ਮੈਨੂੰ ਇਹ ਲੱਗਦਾ ਹੈ ਕਿ ਅਜਿਹੀ ਸੂਰਤ ਦੇ ਵਿੱਚ ਪੁਲਿਸ ਵੀ ਮੁਸਤੈਦ ਰਹੂਗੀ ਔਰ ਜਿਹੜਾ ਇਹ ਚੱਕਾ ਜਾਮ ਹੈ ਇਹ ਅਮਨੋ ਅਮਾਨ ਦੇ ਨਾਲ ਮੈਨੂੰ ਲੱਗਦਾ ਮੁਕੰਮਲ ਹੋਊਗਾ। ਔਰ ਕਿਸਾਨ ਵੀ ਪੂਰੀ ਕੋਸ਼ਿਸ਼ 'ਚ ਨੇ ਕਿ ਕਿਸੇ ਵੀ ਤਰ੍ਹਾਂ ਦੀ ਸਾਡੇ ਵੱਲੋਂ ਉਕਸਾਹਟ ਵਾਲੇ ਅਗਰ ਕੋਈ ਵਿਅਕਤੀ ਸਾਡੇ 'ਚ ਹੈ ਤੇ ਉਹਨੂੰ ਲਾਂਭੇ ਕੀਤਾ ਜਾਵੇ। ਜੀ ਬਿਲਕੁਲ। ਸੋ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਅਪੀਲ ਕੀਤੀ ਜਾ ਰਹੀ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਸੋ ਅੱਜ ਕਿਸਾਨ ਜਥੇਬੰਦੀਆਂ ਦਾ ਇਹ ਪ੍ਰਦਰਸ਼ਨ ਸਾਫ਼ ਕਰ ਦੇਗਾ ਕਿ ਆਖਰਕਾਰ ਜੋ ਬੀਤੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕਿਸਾਨ ਅੰਦੋਲਨ ਠੰਡਾ ਪੈ ਰਿਹਾ ਜਾਂ ਕਿਸਾਨ ਅੰਦੋਲਨ ਦੇ ਵਿੱਚ ਲੋਕਾਂ ਦੀ ਆਮਦ ਘਟ ਰਹੀ ਹੈ, ਕਿਸਾਨਾਂ ਨੂੰ ਸਮਰਥਨ ਘਟ ਰਿਹਾ, ਉਹ ਵੀ ਇਸ ਚੀਜ਼ ਦਾ ਵੀ ਅੱਜ ਸਾਫ਼ ਹੋ ਜਾਏਗਾ ਕਿ ਕਿਸਾਨਾਂ ਨੂੰ ਸਮਰਥਨ। ਦੇਖੋ, ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਦਿੱਲੀ ਦੇ ਬਾਰਡਰ ਪਾਰ ਨਹੀਂ ਕਰਨੇ। ਇਹ ਸਪਸ਼ਟ ਕਿਹਾ ਕਿਸਾਨਾਂ ਨੇ ਜੀ ਕਿ ਅਸੀਂ ਦਿੱਲੀ ਦੇ ਬਾਰਡਰ ਪਾਰ ਨਹੀਂ ਕਰਨੇ, ਅਸੀਂ ਬਾਕੀ ਥਾਵਾਂ ਦੇ ਉੱਤੇ ਆਪਣਾ ਸ਼ਾਂਤਮਈ ਪ੍ਰੋਟੈਸਟ ਹੈ, ਜਿਹੜਾ ਜਾਮ ਹੈ, ਜਿਹੜਾ ਧਰਨਾ ਹੈ, ਉਹ ਕਰਾਂਗੇ। ਜੀ ਤੇ ਡੱਲਾ ਜੀ, ਉਧਰ ਦੂਜੇ ਪਾਸੇ ਜੋ ਪਾਰਲੀਮੈਂਟ ਦੇ ਵਿੱਚ ਲਗਾਤਾਰ ਵਿਰੋਧੀ ਧਿਰਾਂ ਸੱਤਾ ਧਿਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਨੇ। ਬੇਸ਼ੱਕ ਸੰਜੇ ਰਾਉਤ ਹੋਣਾ ਦਾ ਬਿਆਨ ਬੜਾ ਵੱਡੇ ਪੱਧਰ ਦੇ ਉੱਤੇ ਵੇਖਿਆ ਜਾ ਰਿਹਾ, ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਬਿਆਨ ਦੀਆਂ ਕਾਫੀ ਚਰਚਾਵਾਂ ਨੇ। ਉਧਰ ਖੇਤੀਬਾੜੀ ਮੰਤਰੀ ਤੋਮਰ ਹੋਣਾ ਦਾ ਬਿਆਨ ਹੈ, ਇਸ ਬਿਆਨ ਦਾ ਜਵਾਬ ਵੀ ਜਿਹੜਾ ਅਕਾਲੀ ਦਲ ਨੇ ਵੀ ਦਿੱਤਾ ਹੈ। ਸੋ ਇਹਨਾਂ ਸਾਰੀ ਪ੍ਰਕਿਰਿਆ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ, ਪਹਿਲੀ ਤਾਂ ਮੈਂ ਗੱਲ ਇਹ ਕਹੂੰਗਾ ਕਿ ਰਾਸ਼ਟਰਪਤੀ ਦੇ ਜਿਹੜਾ ਭਾਸ਼ਣ ਸੀ, ਹਿੰਦੀ 'ਚ ਉਹਨੂੰ ਅਭਿਭਾਸ਼ਣ ਕਹਿੰਦੇ ਆ, ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਉਹਦੇ ਉੱਪਰ ਧੰਨਵਾਦ ਦਾ ਮਤਾ ਵੀ ਲਿਆ ਜਾਂਦਾ ਔਰ ਉਹਦੇ ਉੱਪਰ ਵਿਚਾਰ ਚਰਚਾ ਵੀ ਹੁੰਦੀ ਹੈ। ਉਸੇ ਦੇ ਮੱਦੇ ਨਜ਼ਰ ਹੀ ਖੇਤੀ ਕਾਨੂੰਨਾਂ ਦੇ ਮਸਲਿਆਂ ਦੇ ਉੱਤੇ ਵੀ 15 ਘੰਟੇ ਦਾ ਸਮਾਂ ਜਿਹੜਾ ਤੈਅ ਕੀਤਾ ਗਿਆ ਸੀ ਵਿਚਾਰ ਚਰਚਾ ਦੇ ਲਈ, ਔਰ ਸਮੇਂ-ਸਮੇਂ ਤੇ ਸਾਰੇ ਲੀਡਰ ਬੋਲ ਰਹੇ ਨੇ। ਹੁਣ ਬਾਰੀ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਹੈ ਨਰਿੰਦਰ ਤੋਮਰ ਦੀ ਫੇਰ ਆਈ ਸੀ। ਹਾਲਾਂਕਿ ਸੰਜੇ ਰਾਉਤ ਵੀ ਬੋਲੇ, ਵਿਰੋਧੀ ਧਿਰਾਂ ਦੇ ਕਈ ਲੀਡਰ ਬੋਲੇ, ਪ੍ਰਤਾਪ ਸਿੰਘ ਬਾਜਵਾ ਵੀ ਬੋਲਿਆ ਰਾਜ ਸਭਾ 'ਚ। ਪ੍ਰਤਾਪ ਬਾਜਵੇ ਨੇ ਵੀ ਤੱਕਿਆ। ਪ੍ਰਤਾਪ ਬਾਜਵਾ ਕਹਿੰਦਾ ਸਾਡੇ ਪੰਜਾਬੀ ਨੌਜਵਾਨਾਂ ਦੇ ਤਾਂ ਸਰੀਰ ਤਿਰੰਗੇ 'ਚ ਲਿਪਟ ਕੇ ਆਉਂਦੇ ਆ ਵੀ ਸਾਨੂੰ ਸਾਡੀ ਦੇਸ਼ ਭਗਤੀ ਤੇ ਸਵਾਲ ਨਾ ਖੜਾ ਕਰੋ ਜੀ। ਸੋ ਪ੍ਰਤਾਪ ਬਾਜਵਾ ਨੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪੰਜਾਬੀ ਸਭ ਤੋਂ ਵੱਡੇ ਦੇਸ਼ ਭਗਤ, ਅਸੀਂ ਵੀ ਦੇਸ਼ ਭਗਤ ਹਾਂ ਸਾਰੇ। ਹਾਂ ਠੀਕ ਹੈ, ਵਿਚਾਰਕ ਮਤਭੇਦ ਨੇ। ਜਿਹੜਾ ਖੇਤੀ ਕਾਨੂੰਨਾਂ ਤੇ ਜਿਹੜਾ ਮਸਲਾ ਉਲਝਿਆ ਨਾ, ਇਹਨੂੰ ਕਹਿੰਦੇ ਨੇ ਇਹਦਾ ਵਿਸਥਾਰ ਨਾਲ ਸਮਝਾਉਣ ਦੀ ਲੋੜ ਹੈ। ਅੰਗਰੇਜ਼ੀ 'ਚ ਕਹਿੰਦੇ ਨੇ ਕਿ ਇਹਨੂੰ ਡਿਫਾਈਨ ਕਰਨ ਦੀ ਲੋੜ ਹੈ, ਇਹਦੀ ਡੈਫੀਨੇਸ਼ਨ ਸਥਾਪਿਤ ਕਰਨ ਦੀ ਲੋੜ ਹੈ। ਇਸ ਖੇਤੀ ਕਾਨੂੰਨਾਂ ਤੇ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਨਾ, ਇਹਦੀ ਡੈਫੀਨੇਸ਼ਨ, ਇਹਦਾ ਵਿਸਥਾਰ ਜਾਂ ਇਹਦਾ ਨਿਚੋੜ ਇਸ ਰੂਪ 'ਚ ਹੈ ਕਿ ਇਹ ਕਿਸਾਨਾਂ ਦੀ ਮੰਗ ਹੈ ਔਰ ਕਿਸਾਨਾਂ ਦੀ ਮੰਗ ਆਪਣੀ ਸਰਕਾਰ ਤੋਂ ਹੈ, ਕਿਸੇ ਦੁਸ਼ਮਣ ਤੋਂ ਮੰਗ ਨਹੀਂ। ਇਹਨੂੰ ਇਹ ਨਾ ਸੋਚਿਆ ਜਾਵੇ ਕਿ ਕਿਸਾਨਾਂ ਦੀ ਮੰਗ ਹੈ ਜਿਹੜੀ ਉਹ ਸਰਕਾਰ ਦੇ ਨਾਲ ਇੱਕ ਜੰਗ ਹੈ। ਇਹਨੂੰ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਮਨ ਮੁਟਾਵ ਹੈ, ਸਮਝੌਤੇ ਵਾਲੇ ਪਾਸੇ ਗੱਲ ਨਹੀਂ ਜੋ ਚੱਲ ਰਹੀ। ਕੇਂਦਰ ਸਰਕਾਰ ਵੀ ਝੁਕਣ ਨੂੰ ਤਿਆਰ ਨਹੀਂ, ਕਿਸਾਨ ਵੀ ਝੁਕਣ ਨੂੰ ਤਿਆਰ ਨਹੀਂ, ਦੋਵੇਂ ਆਪਣੀ ਆਪਣੀ ਗੱਲ ਤੇ ਕਾਇਮ ਨੇ। ਕਿਸਾਨ ਕਹਿੰਦੇ ਕਾਨੂੰਨ ਰੱਦ ਕਰੋ ਤੇ ਸਰਕਾਰ ਕਹਿੰਦੀ ਤੁਸੀਂ ਸੰਸ਼ੋਧਨ ਕਰਾ ਲਓ, ਕਾਨੂੰਨ ਸਹੀ ਨੇ, ਅਸੀਂ ਰੱਦ ਨਹੀਂ ਕਰਨੇ। ਇਸ ਰੂਪ 'ਚ ਇਹਨੂੰ ਦੇਖਿਆ ਜਾਣਾ ਚਾਹੀਦਾ ਕਿ ਨਾਰਾਜ਼ਗੀ ਔਰ ਮਨ ਮੁਟਾਅ ਹੈ, ਕੋਈ ਦੁਸ਼ਮਣ ਵਾਲੀ ਸਥਿਤੀ ਪੈਦਾ ਨਹੀਂ ਕੀਤੀ ਜਾਣੀ ਚਾਹੀਦੀ। ਕੋਈ ਦੁਸ਼ਮਣੀ ਵਾਲੀ ਗੱਲ ਨਹੀਂ ਕਿਸਾਨਾਂ ਤੇ ਸਰਕਾਰ 'ਚ, ਕਿਉਂਕਿ ਮੁਲਕ ਵੀ ਸਾਡਾ ਹੈ, ਸਰਕਾਰ ਵੀ ਸਾਡੀ ਹੈ, ਕਿਸਾਨ ਵੀ ਮੁਲਕ ਦੇ ਨੇ ਔਰ ਸਰਕਾਰਾਂ ਦੇ ਹੀ ਕਿਸਾਨ ਨੇ ਸਾਰੇ, ਔਰ ਸਰਕਾਰਾਂ ਕਿਸਾਨਾਂ ਦੇ ਸਿਰ ਤੇ ਬਣਦੀਆਂ ਨੇ। ਇਹ ਸਾਰੀਆਂ ਚੀਜ਼ਾਂ ਆਪਸ 'ਚ ਇੱਕ ਦੂਸਰੇ ਨਾਲ ਇੰਟਰਲਿੰਕਡ ਨੇ। ਮੈਂ ਤਾਂ ਇਹ ਕਹੂੰਗਾ ਕਿ ਇੱਕ ਦੂਜੇ ਨਾਲ ਫਸੀਆਂ ਹੋਈਆਂ ਨੇ, ਜਿਵੇਂ ਟਰੈਕਟਰ ਤੇ ਟਰਾਲੀ ਫਸੇ ਹੁੰਦੇ ਨੇ, ਜਿਹੜੀ ਜੋੜ ਹੁੰਦਾ ਨਾ ਟਰੈਕਟਰ ਤੇ ਟਰਾਲੀ ਦਾ, ਉਹੀ ਸਥਿਤੀ ਹੈ ਸਰਕਾਰ ਤੇ ਕਿਸਾਨਾਂ ਦੀ। ਹੁਣ ਗੱਲ ਕੀ ਹੈ, ਨਰਿੰਦਰ ਤੋਮਰ ਨੇ ਅੱਜ ਫੇਰ ਬੜੇ ਵਿਸਥਾਰ ਦੇ ਨਾਲ ਆਪਣੀ ਗੱਲ ਰੱਖੀ। ਜਦੋਂ ਉਹਨਾਂ ਨੇ ਫੇਰ ਕਿਹਾ ਕਿ ਆਹ ਚੰਗੇ ਪੱਖ ਨੇ, ਅਸੀਂ ਜਿਹੜੀ ਦਸ਼ਾ ਕਿਸਾਨਾਂ ਦੀ ਸੁਧਾਰਨੀ ਚਾਹੁੰਦੇ ਹਾਂ। ਅਸੀਂ ਮੁਲਕ ਦੇ ਵਿੱਚ ਇੱਕ ਅਜਿਹਾ ਪੈਰਲਲ ਸਿਸਟਮ ਦੇ ਰਹੇ ਹਾਂ, ਜਿਹੜਾ ਪੁਰਾਣਾ ਕਨਵੈਨਸ਼ਨਲ ਸਿਸਟਮ ਹੈ, ਜਿਹੜਾ ਪੁਰਾਣਾ ਢਾਂਚਾ ਅਸੀਂ ਉਹਨੂੰ ਖਤਮ ਨਹੀਂ ਕਰ ਰਹੇ। ਇਹ ਅਸੀਂ ਨਵਾਂ ਸਿਸਟਮ ਇੱਕ ਲੈ ਕੇ ਆ ਰਹੇ ਹਾਂ, ਜਿਹਦੇ ਨਾਲ ਲੰਮੇ ਸਮੇਂ ਤੋਂ ਇੱਕ ਗੱਲਬਾਤ ਚੱਲ ਰਹੀ ਸੀ ਵਾਜਪਾਈ ਮਨਮੋਹਨ ਸਿੰਘ ਦੇ ਸਮੇਂ ਤੋਂ, ਜਿਹਦੇ ਨਾਲ ਕਿਸਾਨਾਂ ਦੇ ਜੀਵਨ 'ਚ ਸੁਧਾਰ ਆਏਗਾ। ਦੇਖੋ, ਉਹਨਾਂ ਨੇ ਆਪਣਾ ਪੂਰਾ ਤਰਕ ਰੱਖਿਆ, ਉਹਨਾਂ ਨੇ ਆਪਣੀਆਂ ਗੱਲਾਂ ਰੱਖੀਆਂ। ਕਈ ਪੁਆਇੰਟ ਜਿਹੜੇ ਨਰਿੰਦਰ ਤੋਮਰ ਉਹਨਾਂ ਦੇ ਸੀ, ਉਹ ਬਿਲਕੁਲ ਸਮਝ ਆਉਂਦੇ ਨੇ ਕਿ ਹਾਂ ਅਗਰ ਅਜਿਹਾ ਹੋ ਗਿਆ ਤੇ ਕਿਸਾਨਾਂ ਦਾ ਜੀਵਨ ਪੱਧਰ ਸੁਧਰ ਜੂ, ਕਾਫੀ ਫਾਇਦਾ ਮਿਲੂਗਾ। ਪਰ ਦੂਜੇ ਪਾਸੇ ਜਿਹੜਾ ਕਿਸਾਨਾਂ ਦਾ ਪੱਖ ਹੈ,
ਉਹ ਹਜੇ ਖੇਤੀਬਾੜੀ ਮੰਤਰੀ ਉਹਨਾਂ ਨੂੰ ਉਨਾ ਚੰਗੀ ਤਰ੍ਹਾਂ ਸਮਝ ਨਹੀਂ ਆ ਰਿਹਾ। ਜਿਹੜੇ ਕਿਸਾਨ ਕਹਿ ਰਹੇ ਨੇ, ਕਿਸਾਨ ਇਹ ਕਹਿ ਰਹੇ ਨੇ ਕਿ ਸਾਡੇ ਲਈ ਪੂਰਾ ਭਰੋਸਾ ਕਰਨਾ ਬੜਾ ਔਖਾ ਹੈ ਸਰਕਾਰੀ ਵਾਅਦਿਆਂ ਤੇ, ਸਰਕਾਰੀ ਢਾਂਚਿਆਂ ਤੇ, ਕਿਉਂਕਿ ਸਰਕਾਰਾਂ ਹਮੇਸ਼ਾ ਨਹੀਂ ਰਹਿੰਦੀਆਂ, ਸਰਕਾਰਾਂ ਬਦਲ ਜਾਂਦੀਆਂ ਨੇ, ਕੀ ਪਤਾ ਕੱਲ ਨੂੰ ਫੇਰ ਕਿਹਦੀ ਸਰਕਾਰ ਆ ਜਾਣੀ ਹੈ। ਕਿਸਾਨਾਂ ਨੂੰ ਪੁਰਾਣੇ ਤਜਰਬੇ ਨੇ ਜਿਹੜੇ, ਉਹਨਾਂ ਦੇ ਉੱਤੇ ਵੀ ਨਾਰਾਜ਼ਗੀ ਹੈ ਕਿ ਪਹਿਲਾਂ ਵੀ ਸਮੇਂ-ਸਮੇਂ ਤੇ ਸਰਕਾਰਾਂ ਨੇ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ। ਔਰ ਕਿਸਾਨ ਇਹ ਵੀ ਕਹਿੰਦੇ ਨੇ ਕਿ ਇਹ ਜਿਹੜੇ ਖੇਤੀ ਕਾਨੂੰਨ ਬਣਾਏ ਗਏ ਨੇ, ਸਿੱਧੇ ਰੂਪ 'ਚ ਪੰਜਾਬ ਤੇ ਹਰਿਆਣਾ ਦਾ ਜਿਹੜਾ ਪੁਰਾਣਾ ਮੰਡੀਕਰਨ ਦਾ ਢਾਂਚਾ ਹੈ, ਜਿਹੜਾ ਪੁਰਾਣਾ ਖੇਤੀ ਦਾ ਢਾਂਚਾ ਹੈ, ਉਹਨੂੰ ਤਬਾਹ ਕਰ ਦੇਣਗੇ। ਹੁਣ ਕੇਂਦਰ ਦੇ ਮੰਤਰੀਆਂ ਤੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ 'ਚ ਆ ਇੱਕ ਬੁਨਿਆਦੀ ਫਰਕ ਹੈ, ਦੋਨਾਂ ਦੀ ਸਹਿਮਤੀ ਨਹੀਂ ਬਣ ਰਹੀ। ਕਿਸਾਨ ਕਹਿੰਦੇ ਸਾਡਾ ਬੁਨਿਆਦੀ ਢਾਂਚਾ ਖਤਮ ਹੋ ਜੂ, ਮੰਡੀਕਰਨ ਸਿਸਟਮ ਦਾ ਢਾਂਚਾ ਸਾਡਾ ਵਿਗੜ ਜੂ, ਸਾਡੀਆਂ ਫਸਲਾਂ ਦੇ ਮੁੱਲ ਘਟ ਜਾਣਗੇ, ਸਾਡੀਆਂ ਜ਼ਮੀਨਾਂ ਤੇ ਖਤਰਾ ਹੈ। ਕੇਂਦਰ ਮੰਨ ਨਹੀਂ ਰਿਹਾ, ਕਿਸਾਨ ਸਮਝਾ ਰਹੇ ਨੇ। ਇੱਕ ਤਾਂ ਆਹ ਰੇੜਕੇ ਵਾਲੀ ਸਥਿਤੀ ਹੈ। ਪਾਰਲੀਮੈਂਟ ਦੇ ਵਿੱਚ ਵੀ ਇਸੇ ਮਸਲੇ ਦੀ ਬਹਿਸ ਹੋਈ ਜਾ ਰਹੀ ਹੈ। ਅਗਰ ਸਰਕਾਰ ਕੋਈ ਪੱਖ ਦੀ ਗੱਲ ਕਰਦੀ ਹੈ ਤੇ ਵਿਰੋਧੀ ਧਿਰ ਦੇ ਲੀਡਰ ਫਿਰ ਦੂਸਰੀ ਗੱਲ ਕਰਦੇ ਆ ਵੀ ਆਹ ਦੇਖੋ ਆਹ ਚੀਜ਼ ਹੈ। ਸੋ ਇਸ ਕਰਕੇ ਇਹ ਰੇੜਕੇ ਨੂੰ ਹਜੇ ਮੈਨੂੰ ਲੱਗਦਾ ਗਗਨ ਵਕਤ ਲੱਗੂਗਾ। ਹਾਂ, ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ, ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਜਦੋਂ ਕੇਂਦਰ ਸਰਕਾਰ ਨੇ 1.5 ਸਾਲ ਦਾ 18 ਮਹੀਨਿਆਂ ਲਈ ਮੁਲਤਵੀ ਕਰਨ ਦਾ ਜਦੋਂ ਇੱਕ ਪ੍ਰਸਤਾਵ ਰੱਖਿਆ 18 ਮਹੀਨਿਆਂ ਦਾ, ਉਹ ਕਿਸਾਨਾਂ ਨੇ ਮੀਟਿੰਗ ਕਰਕੇ ਰੱਦ ਕਰਤਾ। ਉਦੋਂ ਕੁਝ ਜਥੇਬੰਦੀਆਂ ਇਸ ਪ੍ਰਸਤਾਵ ਨੂੰ ਮੰਨਣ ਦੇ ਹੱਕ 'ਚ ਵੀ ਸੀ ਔਰ ਕੁਝ ਵਿਰੋਧ ਸੀ। ਹੁਣ ਆਹ ਸਥਿਤੀ ਹੈ ਜਿਹੜੀ, ਇੱਥੋਂ ਸਾਰਾ ਯੂਟਰਨ ਬਣਿਆ, ਸਾਰਾ ਯੂਟਰਨ ਜਿਹੜੀ ਗੱਲਬਾਤ ਟੁੱਟੀ ਹੈ ਨਾ ਗਗਨ, ਉਹ ਯੂਟਰਨ ਇੱਥੋਂ ਪੈਦਾ ਹੋਇਆ। ਸਰਕਾਰ ਨੇ ਇਹ ਕਹਿਤਾ ਵੀ ਤੁਹਾਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਕੁਝ ਸਹਿਮਤ ਸੀ, ਕੁਝ ਅਸਹਿਮਤ ਸੀ, ਸੋ ਤੁਸੀਂ ਪੁਨਰ ਵਿਚਾਰ ਕਰੋ। ਔਰ ਕਿਸਾਨਾਂ ਨੇ ਅਗਲੇ ਦਿਨ ਫੇਰ ਕਹਿਤਾ ਵੀ ਅਸੀਂ ਪੁਨਰ ਵਿਚਾਰ ਨਹੀਂ ਕਰਨਾ, ਅਸੀਂ ਗੱਲਬਾਤ ਨਹੀਂ ਕਰਨੀ, ਅਸੀਂ ਕਾਨੂੰਨ ਰੱਦ ਕਰਨ ਤੋਂ ਬਿਨਾਂ ਸਾਨੂੰ ਕੁਝ ਨਹੀਂ ਚਾਹੀਦਾ। ਔਰ ਉਸ ਤੋਂ ਬਾਅਦ 26 ਜਨਵਰੀ ਤੋਂ ਇਹ ਜਿਹੜੀ 26 ਜਨਵਰੀ ਤੋਂ 3-4 ਦਿਨ ਪਹਿਲਾਂ ਮੀਟਿੰਗ ਸੀ, ਮੇਰੇ ਖਿਆਲ 21 ਫਰਵਰੀ ਦੀ ਮੀਟਿੰਗ ਸੀ, 21 ਜਨਵਰੀ ਦੀ ਮੀਟਿੰਗ ਸੀ, ਉਦੋਂ ਰੇੜਕਾ ਟੁੱਟ ਗਿਆ। 21 ਜਨਵਰੀ ਤੋਂ ਬਾਅਦ 10 ਦਿਨ ਜਿਹੜੇ ਜਨਵਰੀ ਦੇ ਔਰ 5 ਦਿਨ 15 ਦਿਨ 16 ਦਿਨ ਹੋ ਗਏ ਨੇ ਗਗਨ, ਅੱਜ 6 ਫਰਵਰੀ ਆ ਗਈ, ਦੁਬਾਰਾ ਮੀਟਿੰਗ ਨਹੀਂ ਹੋਈ। ਪਾਰਲੀਮੈਂਟ ਦੇ ਵਿੱਚ ਬਹਿਸ ਜ਼ਰੂਰ ਹੋ ਰਹੀ ਹੈ, ਸਰਕਾਰ ਆਪਣੀ ਗੱਲ ਕਰ ਰਹੀ ਹੈ, ਵਿਰੋਧੀ ਤਰ੍ਹਾਂ ਆਪਣੀ ਗੱਲਾਂ ਕਰ ਰਹੀਆਂ ਨੇ ਔਰ ਕਿਸਾਨਾਂ ਦਾ ਅੰਦੋਲਨ ਆਪਣੀ ਥਾਂ ਤੇ ਚੱਲ ਰਿਹਾ। ਸੋ ਇਹ ਸਥਿਤੀਆਂ ਨੇ ਜਿਹੜੀਆਂ ਅੱਜ ਵੀ ਬਰਕਰਾਰ ਨੇ। ਜੀ ਬਿਲਕੁਲ। ਸੋ ਇਸ ਦੇ ਨਾਲ ਹੀ ਡੱਲਾ ਸਾਹਿਬ ਗੱਲਬਾਤ ਉਸ ਮਸਲੇ ਦੀ ਵੀ ਕਰਾਂਗੇ, ਜਿਸ ਤਰ੍ਹਾਂ ਫਿਲਮ ਦੇ ਕੁਝ ਸਿਤਾਰਿਆਂ ਦੇ ਵੱਲੋਂ ਟਵੀਟ ਕਿਸਾਨੀ ਅੰਦੋਲਨ ਨੂੰ ਲੈ ਕੇ ਕੀਤੇ ਗਏ ਨੇ, ਉਸ ਤੋਂ ਬਾਅਦ ਹੁਣ ਕਿਸਾਨਾਂ ਦਾ ਪ੍ਰਤੀਕਰਮ ਪੰਜਾਬ ਦੇ ਵਿੱਚੋਂ ਵੇਖਣ ਨੂੰ ਮਿਲ ਰਿਹਾ। ਦਿਓਲ ਪਰਿਵਾਰ ਨੇ ਜਿਹੋ ਜਿਹੀ ਹੁਣ ਤੱਕ ਦੀ ਪ੍ਰਤੀਕਿਰਿਆ ਉਹਨਾਂ ਦੀ ਕਿਸਾਨ ਅੰਦੋਲਨ ਨੂੰ ਲੈ ਕੇ ਰਹੀ ਹੈ, ਉਸੇ ਦਾ ਇੱਕ ਪ੍ਰਕਿਰਿਆ ਦਾ ਰੂਪ ਕਿਸਾਨਾਂ ਨੇ ਵੀ ਵਿਖਾਇਆ, ਉਸ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਉਸ ਤੋਂ ਪਹਿਲਾਂ ਤੁਹਾਡੇ ਸਵਾਲ ਦੇ ਨਾਲ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਕਿ 70 ਲੋਕਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਦਿੱਲੀ ਪੁਲਿਸ ਵੱਲੋਂ ਦਿੱਲੀ ਦੀ ਹਿੰਸਾ ਦੇ ਮਾਮਲੇ 'ਚ ਜਾਰੀ ਕੀਤੀਆਂ ਗਈਆਂ ਨੇ। ਹੁਣ ਤੱਕ 124 ਤੋਂ ਵੱਧ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਔਰ ਇੱਕ ਨਵੀਂ ਤਕਨੀਕ ਦੇ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਜਾਂਦੀ ਹੈ। ਇੱਕ ਵੀਡੀਓ ਹੈ, ਇੱਕ ਸੌਫਟਵੇਅਰ ਹੈ, ਤਸਵੀਰ ਨੂੰ ਸੌਫਟਵੇਅਰ ਦੇ ਵਿੱਚ ਪਾਇਆ ਜਾਂਦਾ ਹੈ। ਜਦੋਂ ਉਸ ਤਸਵੀਰ ਨੂੰ ਉਸ ਸੌਫਟਵੇਅਰ ਦੇ ਵਿੱਚ ਪਾਇਆ ਜਾਂਦਾ ਹੈ ਵੀਡੀਓ ਵਾਲੀ, ਤਾਂ ਉਹ ਤਸਵੀਰ ਉਸ ਵੀਡੀਓ ਦੇ ਵਿੱਚ ਅਗਰ ਜਿਹੜਾ ਚਿਹਰਾ ਤਸਵੀਰ ਦਾ ਅਗਰ ਉਹ ਵਿਅਕਤੀ ਵੀਡੀਓ ਦੇ ਵਿੱਚ ਕਿਤੇ ਹੈ ਤੇ ਉਹ ਤਸਵੀਰ ਵੀਡੀਓ 'ਚ ਉਸ ਵਿਅਕਤੀ ਦੇ ਚਿਹਰੇ ਦੀ ਨਾਲ ਮੈਚ ਕਰ ਜਾਂਦੀ ਹੈ, ਉਹਦੀ ਪਛਾਣ ਕਰ ਦਿੰਦੀ ਹੈ। ਸੋ ਨਵੀਆਂ ਤਕਨੀਕਾਂ ਦੇ ਨਾਲ ਅੱਜ ਕੱਲ੍ਹ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਹੜੇ ਲੋਕ ਨੇ ਜਿਹੜੇ ਉਸ ਵੀਡੀਓ ਦੇ ਵਿੱਚ ਸੀ। ਔਰ ਹੁਣ ਤੱਕ 124 ਲੋਕ ਨੇ ਜਿਹੜੇ ਉਸ ਤੋਂ 124 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। 70 ਲੋਕਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ। ਸੋ ਦਿੱਲੀ ਪੁਲਿਸ ਦੀ ਕੋਸ਼ਿਸ਼ ਹੈ ਕਿ ਲਾਲ ਕਿਲੇ ਔਰ ਉੱਥੇ ਜਿਹੜੀ ਘਟਨਾ ਵਾਪਰੀ ਸੀ ਦਿੱਲੀ ਦੇ ਵਿੱਚ ਆਪਸੀ ਹਿੰਸਾ ਦੀ, ਉਹਦੇ ਨਾਲ ਜਿਹੜੇ ਸੰਬੰਧਿਤ ਮੁਲਜ਼ਮ ਨੇ ਉਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਪਛਾਣੀਏ, ਉਹਨਾਂ ਨੂੰ ਗ੍ਰਿਫਤਾਰ ਕਰੀਏ। ਔਰ ਸੰਜੇ ਰਾਊਤ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ, ਸ਼ਿਵ ਸੈਨਾ ਦੇ ਕੋਟੇ 'ਚੋਂ ਨੇ, ਦਿੱਲੀ ਦੇ ਵਿੱਚ ਪਾਰਲੀਮੈਂਟ ਦਾ ਹਿੱਸਾ ਲੈਣ ਆਏ ਹੋਏ ਨੇ। ਔਰ ਸੰਜੇ ਰਾਊਤ ਸ਼ਿਵ ਸੈਨਾ ਦਾ ਜਿਹੜਾ ਅਖਬਾਰ ਹੈ ਉਹਨਾਂ ਦਾ ਜਿਹਨੂੰ ਅਸੀਂ ਕਹਿੰਦੇ ਹਾਂ ਮੁੱਖ ਪੱਤਰ, ਮਤਲਬ ਉਹਨਾਂ ਦਾ ਮੁੱਖ ਬੁਲਾਰਾ ਇੱਕ ਤਰੀਕੇ ਨਾਲ ਅਖਬਾਰ ਹੈ ਸਾਹਮਣਾ, ਉਹਦੇ ਮੁੱਖ ਸੰਪਾਦਕ ਨੇ। ਔਰ ਸੰਜੇ ਰਾਊਤ ਨੇ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਬਾਰੇ ਅਪਮਾਨਜਨਕ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ। ਸਾਡੇ ਕਿਸਾਨ ਵੀ ਸਾਡੇ ਦੇਸ਼ ਭਗਤ ਨੇ, ਕਿਉਂਕਿ ਕਿਸਾਨਾਂ ਦੇ ਪੁੱਤਰ ਸਾਡੇ ਸਰਹੱਦਾਂ ਤੇ ਵੀ ਰਾਖੀਆਂ ਕਰਦੇ ਨੇ। ਔਰ ਜਿਹੜੇ ਲੋਕ ਗਲਤ ਨੇ, ਦੇਖੋ ਗਗਨ, ਉਹ ਤਾਂ ਗਲਤ ਨੇ। ਮੈਂ ਇਹ ਸਪਸ਼ਟ ਕਹਿਣਾ ਚਾਹੂੰਗਾ, ਜਿਹੜੇ ਲੋਕ ਗਲਤ ਨੇ, ਜਿਹੜੇ ਹਿੰਸਾਵਾਦੀ ਨੇ, ਹਿੰਸਾ ਦੀ ਸੋਚ ਰੱਖਦੇ ਨੇ, ਉਹ ਗਲਤ ਨੇ। ਪਰ ਸਾਰੇ ਕਿਸਾਨਾਂ ਦੀ ਦੇਸ਼ ਭਗਤੀ ਤੇ ਸਵਾਲ ਚੱਕਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦੀ ਦੇਸ਼ ਭਗਤੀ ਤੇ ਸ਼ੱਕ ਨਹੀਂ, ਪਰ ਉਹਨਾਂ ਦੀ ਸਮਝ ਤੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਤੁਸੀਂ ਇੰਨੇ ਨਾ ਸਮਝ ਨਾ ਬਣੋ ਕਿ ਤੁਸੀਂ ਦੇਸ਼ ਭਗਤਾਂ ਨੂੰ
ਦੇਸ਼ ਦਰੋਹੀ ਕਹੀ ਜਾਓ ਤੇ ਉਹਨਾਂ ਨੂੰ ਗੱਦਾਰ ਕਹੀ ਜਾਓ। ਜੀ ਬਿਲਕੁਲ। ਸੋ ਲਗਾਤਾਰ ਇਸ ਨੂੰ ਲੈ ਕੇ ਵੀ ਚਰਚਾਵਾਂ ਨੇ, ਗਦਾਰ ਨੂੰ ਲੈ ਕੇ ਜਾਂ ਫਿਰ ਵੱਖੋ ਵੱਖਰੀਆਂ ਟਿੱਪਣੀਆਂ ਨੂੰ ਲੈ ਕੇ। ਔਰ ਮੈਂ ਸਨੀ ਦਿਓਲ ਵਾਲੀ ਗੱਲ ਤੁਹਾਡੀ ਫੇਰ ਭੁੱਲ ਗਿਆ, ਮਾਫ ਕਰਨਾ, ਸਨੀ ਦਿਓਲ ਨਹੀਂ, ਬੌਬੀ ਦਿਓਲ। ਸੋ ਪਟਿਆਲਾ 'ਚ ਬੌਬੀ ਦਿਓਲ ਦੀ ਸ਼ੂਟਿੰਗ ਸੀ, ਇੱਕ ਸੀਰੀਜ਼ ਦੀ ਉਹਨਾਂ ਦੀ ਕੋਈ ਸ਼ੂਟਿੰਗ ਸੀ। ਹਾਲਾਂਕਿ ਬੌਬੀ ਦਿਓਲ ਹਜੇ ਆਪ ਨਹੀਂ ਸੀ ਆਏ। ਜਦੋਂ ਪਤਾ ਲੱਗਿਆ ਕਿਸਾਨਾਂ ਨੂੰ ਕਿ ਸ਼ੂਟਿੰਗ ਹੋਣੀ ਹੈ ਤੇ ਉਹਨਾਂ ਨੇ, ਕਿਸਾਨ ਉੱਥੇ ਪਹੁੰਚ ਕੇ ਉਹਨਾਂ ਨੇ ਸ਼ੂਟਿੰਗ ਰੋਕਤੀ ਪਟਿਆਲੇ 'ਚ। ਔਰ ਇਸ ਤੋਂ ਪਹਿਲਾਂ ਜਾਨਵੀ ਕਪੂਰ, ਸ਼੍ਰੀ ਦੇਵੀ ਦੀ ਜਿਹੜੀ ਧੀ ਹੈ, ਬੋਨੀ ਕਪੂਰ ਦੀ ਧੀ ਹੈ, ਉਹ ਵੀ ਇੱਕ ਫਿਲਮ ਦੀ ਸ਼ੂਟਿੰਗ ਲਈ ਆਈ ਹੋਈ ਸੀ। ਉਹਦੀ ਵੀ ਸ਼ੂਟਿੰਗ ਕਿਸਾਨਾਂ ਨੇ ਰੋਕ ਦਿੱਤੀ ਸੀ। ਬਾਅਦ ਦੇ ਵਿੱਚ ਜਾਨਵੀ ਕਪੂਰ ਔਰ ਕਿਸਾਨ ਸੰਗਠਨਾਂ 'ਚ ਆਪਸ 'ਚ ਗੱਲਬਾਤ ਹੋਈ ਸੀ। ਸੋ ਹੁਣ ਜਿਹੜੀ ਇਹ ਬਾਲੀਵੁੱਡ ਦੀ ਸ਼ੂਟਿੰਗ ਹੈ ਫਿਰ ਰੋਕ ਦਿੱਤੀ। ਦੇਖੋ ਬੌਬੀ ਦਿਓਲ ਹੈਗਾ ਭਰਾ ਸਨੀ ਦਿਓਲ ਦਾ। ਸੋ ਸਨੀ ਦਿਓਲ ਨੂੰ ਪੰਜਾਬ ਦਾ ਮਾਣ ਮੰਨਿਆ ਜਾਂਦਾ ਹਮੇਸ਼ਾ। ਬੌਬੀ ਦਿਓਲ, ਸਨੀ ਦਿਓਲ, ਪੰਜਾਬੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ। ਪਰ ਕਿਉਂਕਿ ਸਮਾਂ ਕਿਸਾਨਾਂ ਦੇ ਅੰਦੋਲਨ ਦਾ, ਇਸ ਕਰਕੇ ਨਾਰਾਜ਼ਗੀ ਵਜੋਂ ਕਿਸਾਨ ਅੰਦੋਲਨ ਦੇ ਕਿਸਾਨਾਂ ਨੇ ਉਹਨਾਂ ਦੀ ਸ਼ੂਟਿੰਗ ਨੂੰ ਰੋਕ ਦਿੱਤਾ। ਜੀ ਸੋ ਲਗਾਤਾਰ ਅਜਿਹੀਆਂ ਜੋ ਖਬਰਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚੋਂ ਵੀ ਸਾਹਮਣੇ ਆ ਸਕਦੀਆਂ ਨੇ, ਕਿਉਂਕਿ ਜਿਸ ਤਰ੍ਹਾਂ ਜੋ ਰਵੱਈਆ ਲਗਾਤਾਰ ਕੁਝ ਅਜਿਹੇ ਕਲਾਕਾਰਾਂ ਦੇ ਵੱਲੋਂ ਅਪਣਾਇਆ ਗਿਆ, ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਵੀ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਆਪਸ ਦੇ ਵਿੱਚ ਮਨ ਮੁਟਾਵ ਦਾ ਮਾਹੌਲ ਜ਼ਰੂਰ ਹੈ। ਤੇ ਡੱਲਾ ਜੀ ਉੱਧਰ ਪੰਜਾਬ ਦੀ ਸਿਆਸਤ ਦੇ ਵੱਲ ਪਰਤੀਏ ਤਾਂ ਸੁਖਬੀਰ ਬਾਦਲ ਤੇ ਰਾਜਾ ਵੜਿੰਗ ਆਪਸ ਦੇ ਵਿੱਚ ਆਮੋ ਸਾਹਮਣੇ ਨੇ ਤੇ ਸਿਆਸੀ ਬਿਆਨਬਾਜ਼ੀਆਂ ਸਿੱਧੇ ਤੌਰ ਤੇ ਉੱਤੇ ਨੇ। ਇਹਨਾਂ ਨੂੰ ਕਿਤਾ ਵੇਖੋ, ਦੇਖੋ 14 ਫਰਵਰੀ ਨੂੰ ਵੋਟਾਂ ਨੇ ਪੰਜਾਬ 'ਚ। 14 ਫਰਵਰੀ ਨੂੰ ਵੋਟਾਂ ਨੇ, ਇੱਕ ਪਾਸੇ ਕਿਸਾਨ ਅੰਦੋਲਨ ਹੈ। ਪਹਿਲਾਂ ਤਾਂ ਇਹ ਸਵਾਲ ਵੱਡਾ ਹੈ ਕਿ ਕੀ ਇਸ ਵੇਲੇ ਵੋਟਾਂ ਕਰਾਈਆਂ ਜਾਣੀਆਂ ਚਾਹੀਦੀਆਂ ਸੀ ਜਾਂ ਨਹੀਂ। ਚਲੋ ਇਹ ਤਾਂ ਸਰਕਾਰ ਨੇ ਐਲਾਨ ਕਰਤਾ, ਕਿਉਂਕਿ ਅਕਤੂਬਰ 2020 'ਚ ਵੋਟਾਂ ਹੋਣੀਆਂ ਸੀ। ਪੈਂਡੈਮਿਕ ਕਰਕੇ ਵੋਟਾਂ ਨਹੀਂ ਪੈ ਸਕੀਆਂ, ਮਹਾਮਾਰੀ ਦਾ ਦੌਰ ਸੀ। ਹੁਣ ਵੀ ਦੌਰ ਪੰਜਾਬ ਲਈ ਮਹਾਮਾਰੀ ਤੋਂ ਘੱਟ ਥੋੜ੍ਹੀ ਹੈ। ਕਿਸਾਨਾਂ ਦਾ ਅੰਦੋਲਨ ਹੈ, ਵੱਡੀ ਗਿਣਤੀ ਕਿਸਾਨ ਪੰਜਾਬ ਤੋਂ ਬਾਹਰ ਨੇ, ਪਿੱਛੇ ਵੋਟਾਂ ਹੋ ਰਹੀਆਂ ਨੇ। ਹੁਣ ਵੋਟਾਂ ਹੋ ਰਹੀਆਂ ਨੇ ਤੇ ਚੋਣ ਪ੍ਰਚਾਰ ਵੀ ਹੋਏਗਾ। ਅਕਾਲੀ ਦਲ ਵੀ ਮੁਕਾਬਲੇ 'ਚ ਹੈ, ਕਾਂਗਰਸ ਵੀ ਮੁਕਾਬਲੇ 'ਚ ਹੈ। ਔਰ ਸਾਨੂੰ ਪਤਾ ਹੈ ਮਾਲਵੇ 'ਚ ਸੁਖਬੀਰ ਬਾਦਲ ਵੀ ਹੈ ਤੇ ਰਾਜਾ ਵੜਿੰਗ ਵੀ ਹੈ। ਔਰ ਕਿਉਂਕਿ ਸੁਖਬੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਰਾਜਾ ਵੜਿੰਗ ਚੋਣਾਂ ਲੜਿਆ ਸੀ, ਲਗਭਗ 20,000 ਦੇ ਫਰਕ ਨਾਲ ਹਾਰ ਗਿਆ ਸੀ। ਇਸ ਕਰਕੇ ਰਾਜਾ ਵੜਿੰਗ ਵੀ ਵਕਾਰ ਦਾ ਸਵਾਲ ਬਣਾਈ ਬੈਠਾ ਹੈ ਅਕਾਲੀ ਦਲ ਦੇ ਖਿਲਾਫ। ਔਰ ਕਿਸੇ ਵੇਲੇ ਸੁਖਬੀਰ ਸਿੰਘ ਬਾਦਲ ਔਰ ਜਗਮੀਤ ਬਰਾੜ ਦੇ ਵਿੱਚ ਖੂਬ ਸਿਆਸੀ ਟੱਕਰ ਹੋਇਆ ਕਰਦੀ ਸੀ। ਹੈ ਗਗਨ, ਜਿਹਨੂੰ ਸਿਆਸਤ 'ਚ ਕਹਿੰਦੇ ਆ ਨਾ ਕਿ ਪੂਰਾ ਸਿਆਸੀ ਵੈਰ ਹੋਇਆ ਕਰਦਾ ਸੀਗਾ ਸੁਖਬੀਰ ਬਾਦਲ ਤੇ ਜਗਮੀਤ ਬਰਾੜ 'ਚ। ਪਰ ਹੁਣ ਤਾਂ ਜਗਮੀਤ ਬਰਾੜ ਦੀ ਆੜੀ ਪੈ ਗਈ ਸੁਖਬੀਰ ਨਾਲ, ਹੁਣ ਤਾਂ ਅਕਾਲੀ ਦਲ 'ਚ ਹੀ ਚੱਲ ਗਏ ਜਗਮੀਤ ਬਰਾੜ। ਹੁਣ ਸੁਖਬੀਰ ਤੇ ਜਗਮੀਤ ਬਰਾੜ ਦਾ ਜਿਹੋ ਜਿਹਾ ਆਪਸ 'ਚ ਸਿਆਸੀ ਰੌਲਾ ਸੀ ਨਾ, ਇੱਕ ਵਾਰੀ ਜਗਮੀਤ ਬਰਾੜ ਨੇ ਹਰਾ ਵੀ ਦਿੱਤਾ ਸੀ ਸੁਖਬੀਰ ਬਾਦਲ ਨੂੰ। ਇਹ ਮੇਰਾ ਖਿਆਲ 1997 ਦੀ ਗੱਲ ਹੈ ਗਗਨ, 1997-98 ਦੀ। ਮੈਂ ਵੀ ਉਹਨਾਂ ਚੋਣਾਂ ਦੀ ਕਵਰੇਜ ਕਰਨ ਲਈ ਗਿਆ ਸੀ। ਉਦੋਂ ਸੁਖਬੀਰ ਬਾਦਲ ਫਰੀਦਕੋਟ ਤੋਂ ਚੋਣ ਲੜ ਰਿਹਾ ਸੀ ਤੇ ਮੋਗਾ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਹੀ ਆਉਂਦਾ ਸੀ। ਹੁਣ ਵੀ ਮੇਰਾ ਖਿਆਲ ਮੋਗਾ ਫਰੀਦਕੋਟ ਲੋਕ ਸਭਾ ਸੀਟ ਦੇ ਵਿੱਚ ਹੀ ਆਉਂਦਾ। ਉਦੋਂ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਹਰਾ ਹੀ ਦਿੱਤਾ ਸੀ। ਬਾਅਦ ਦੇ ਵਿੱਚ ਰਾਜ ਸਭਾ ਦੇ ਵਿੱਚ ਸੁਖਬੀਰ ਬਾਦਲ ਨੂੰ ਭੇਜਿਆ ਗਿਆ, ਜਿਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਸੁਖਬੀਰ ਬਾਦਲ ਮਿਨਿਸਟਰੀ ਦਾ ਸਟੇਟ ਮੰਤਰੀ ਬਣਿਆ। ਜਿਵੇਂ ਸੋਮ ਪ੍ਰਕਾਸ਼ ਹੈ ਨਾ ਜੀ, ਪੰਜਾਬ ਵਾਲਾ ਉਦਯੋਗ ਦਾ ਮੰਤਰੀ ਹੈ ਸਟੇਟ ਦਾ, ਇਸੇ ਤਰ੍ਹਾਂ ਸੁਖਬੀਰ ਬਾਦਲ ਵੀ ਫਿਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਰਾਜ ਮੰਤਰੀ ਬਣੇ ਸੀ ਉਦਯੋਗ ਦੇ। ਤੇ ਸੁਖਬੀਰ ਦੇ ਰਾਜ ਦੇ ਵਿੱਚ ਹਿਮਾਚਲ 'ਚ ਵੀ ਟੈਕਸ ਬੈਨੀਫਿਟ ਕਈ ਤਰ੍ਹਾਂ ਦੇ ਦਿੱਤੇ ਗਏ ਸੀ। ਚਲੋ ਇਹ ਗੱਲ ਮੈਂ ਜ਼ਿਆਦਾ ਪਿੱਛੇ ਲੈ ਗਿਆ। ਹੁਣ ਜਿਹੜੀ ਗੱਲ ਮੈਂ ਮੂਲ ਰੂਪ 'ਚ ਆਵਾਂ, ਉਸੇ ਤਰ੍ਹਾਂ ਦਾ ਸਿਆਸੀ ਝਗੜਾ ਸੁਖਬੀਰ ਬਾਦਲ ਔਰ ਰਾਜਾ ਵੜਿੰਗ ਦੇ ਵਿੱਚ ਹੈ। ਔਰ ਦੋਨਾਂ ਨੇ ਇੱਕ ਦੂਸਰੇ ਦੇ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਸ਼ੁਰੂ ਕਰਤੀ ਹੈ। ਰਾਜਾ ਵੜਿੰਗ ਨੇ ਤਾਂ, ਮੈਂ ਸ਼ਬਦ ਲੈਣਾ ਨਹੀਂ ਚਾਹੁੰਦਾ, ਸੁਖਬੀਰ ਨੂੰ ਇਸ ਤਰੀਕੇ ਨਾਲ ਸੰਬੋਧਨ ਕੀਤਾ ਤੇ ਸੁਖਬੀਰ ਵੀ ਕਈ ਵਾਰੀ ਇਸ ਤਰੀਕੇ ਨਾਲ ਸੰਬੋਧਨ ਪਹਿਲਾਂ ਕਰਦੇ ਰਹੇ ਨੇ। ਮੈਂ ਸੋਸ਼ਲ ਮੀਡੀਆ 'ਚ ਲਿਖਿਆ ਕਈ ਥਾਂ, ਰਾਜਾ ਵੜਿੰਗ ਨੇ ਜੋ ਸੁਖਬੀਰ ਬਾਦਲ ਨੂੰ ਕਿਹਾ ਉਸੇ ਤਰ੍ਹਾਂ ਦੇ ਲਗਭਗ ਸ਼ਬਦ ਸੁਖਬੀਰ ਬਾਦਲ ਵੀ ਪਹਿਲਾਂ ਵਰਤਦੇ ਰਹੇ ਨੇ। ਕੋਈ ਗਾਲ ਗੂਲ ਨਹੀਂ ਕੱਢੀ, ਮੈਂ ਐਵੇਂ ਕਹਾਂ ਗਾਲ ਨਹੀਂ ਕੱਢੀ, ਕੁਝ ਸਿਆਸੀ ਇਲਜ਼ਾਮ ਹੀ ਲਾਇਆ। ਹੁਣ ਇਹ ਸਿਆਸਤ 'ਚ ਚੀਜ਼ਾਂ ਆਮ ਨੇ, ਕਈ ਵਾਰੀ ਲੀਡਰ ਇੱਕ ਦੂਜੇ ਨੂੰ ਮੈਂਟਲ ਕਹਿ ਦਿੰਦੇ ਨੇ, ਡਾਕੂ ਕਹਿ ਦਿੰਦੇ ਨੇ। ਆਪਾਂ ਦੇਖਿਆ ਸੁਖਬੀਰ ਬਾਦਲ ਨਵਜੋਤ ਸਿੰਘ ਸਿੱਧੂ ਨੂੰ ਹੀ ਪਹਿਲਾਂ ਕਹਿੰਦਾ ਰਹਿੰਦਾ ਸੀ। ਔਰ ਕੈਪਟਨ ਅਮਰਿੰਦਰ ਤੇ ਸੁਖਬੀਰ 'ਚ ਦੇਖੋ ਕਿੱਡਾ, ਕੈਪਟਨ ਅਮਰਿੰਦਰ ਤਾਂ ਸੁਖਬੀਰ ਨੂੰ ਉਦੋਂ ਪਹਿਲਾਂ ਬਲੂੰਗੜਾ ਹੀ ਕਹਿ ਦਿੰਦਾ ਹੁੰਦਾ ਸੀ ਜੀ। ਕੈਪਟਨ ਅਮਰਿੰਦਰ ਹੈ ਜੀ, ਉਦੋਂ ਖੁੰਡਾ ਲੈ ਕੇ ਕੈਪਟਨ ਅਮਰਿੰਦਰ ਸਟੇਜ ਤੇ ਆ ਜਾਂਦਾ ਹੁੰਦਾ ਸੀ। ਤੇ ਇਹ ਚੱਲਦਾ ਰਹਿੰਦਾ ਹੈ ਸਿਆਸੀ ਤੌਰ ਦੇ ਉੱਤੇ। ਆਹ ਮਜੀਠੀਏ ਨੂੰ ਦੇਖ ਲਓ, ਕੈਪਟਨ ਅਮਰਿੰਦਰ ਨੇ ਕੀ ਕਹਿਤਾ ਸੀ, ਤੇ ਮਜੀਠੀਆ ਦੇਖੋ ਕੈਪਟਨ ਅਮਰਿੰਦਰ ਨੂੰ ਕੀ ਕਹਿੰਦਾ ਹੁੰਦਾ ਸੀ। ਸੋ ਇਸ ਕਰਕੇ ਇਹੋ ਜਿਹੇ ਸ਼ਬਦ ਇੱਕ ਦੂਜੇ ਬਾਰੇ ਵਰਤਦੇ ਰਹਿੰਦੇ ਨੇ। HS ਫੂਲਕਾ ਨੇ, ਕਿੱਡੇ ਸੀਨੀਅਰ ਐਡਵੋਕੇਟ ਨੇ, ਕਿੱਡੇ ਮਾਨਯੋਗ ਸਾਡੇ ਵਿਧਾਇਕ ਵੀ ਸੀ, ਉਹਨਾਂ ਬਾਰੇ ਵੀ ਸੁਖਬੀਰ ਬਾਦਲ ਕਈ ਵਾਰੀ ਕੌੜੇ ਸ਼ਬਦ ਬੋਲ ਜਾਂਦਾ ਸੀ ਜੀ। ਤੇ ਅਰਵਿੰਦ ਕੇਜਰੀਵਾਲ ਨੇ ਵੀ ਕਈਆਂ ਬਾਰੇ ਬੜੇ ਕੌੜੇ ਸ਼ਬਦ ਬੋਲੇ ਸੀ, ਮਜੀਠੀਏ ਬਾਰੇ ਵੀ ਬੋਲੇ ਸੀ। ਸੋ ਪੋਲਿਟਿਕਸ ਦੇ ਵਿੱਚ ਜਿਹੜਾ ਜ਼ੁਬਾਨ ਹੈ ਨਾ ਗਗਨ,
ਉਹਦੇ ਤੇ ਜ਼ਿਆਦਾ ਮਿਠਾਸ ਰਹਿੰਦੀ ਨਹੀਂ। ਜੀ ਹੁਣ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਤੇ ਮਜੀਠੀਆ 'ਚ ਕਿੰਨੀ ਲੜਾਈ ਝਗੜਾ ਹੁੰਦਾ ਸੀ, ਆਪਾਂ ਦੇਖਿਆ ਵਿਧਾਨ ਸਭਾ 'ਚ। ਬਿਲਕੁਲ। ਤੇ ਮਜੀਠੀਆ ਕੀ ਕਹਿੰਦਾ, ਤੇ ਆਪਣਾ ਸਿੱਧੂ ਦੇਖ ਲਓ ਕੀ ਕਹਿੰਦਾ ਸੀ ਮਜੀਠੀਆ ਬਾਰੇ। ਬਿਲਕੁਲ। ਉਹ ਵੀ ਨਹੀਂ ਘਬਰਾਉਂਦਾ ਸਿੱਧੂ, ਨਾ ਮਜੀਠੀਆ ਵੀ ਨਹੀਂ ਘਬਰਾਉਂਦਾ, ਉਹ ਵੀ ਇਲਜ਼ਾਮ ਤੇ ਇਲਜ਼ਾਮ ਲਾਉਂਦਾ ਤੁਰਿਆ ਜਾਂਦਾ। ਸੋ ਜਿਹੜੇ ਸਿਆਸੀ ਲੋਕ ਨੇ ਨਾ, ਇੱਕ ਦੂਜੇ ਦੇ ਉੱਤੇ ਇਹ ਸਿਆਸੀ ਦਬਕਾ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਉਹੀ ਕੁਝ ਸਾਨੂੰ ਇਹਨਾਂ ਨਗਰ ਨਿਗਮ ਚੋਣਾਂ 'ਚ ਦਿਖ ਰਿਹਾ। ਗਿੱਦੜਬਾਹਾ 'ਚ ਰਾਜਾ ਵੜਿੰਗ ਗਿਆ, ਉਹਨੇ ਲਲਕਾਰਤਾ ਸੁਖਬੀਰ ਬਾਦਲ ਜਲਾਲਾਬਾਦ ਗਿਆ ਸੀ, ਉੱਥੇ ਵੀ ਹਿੰਸਾ ਹੋਈ। ਹੁਣ ਮਾਝੇ 'ਚ ਖਾਸ ਤੌਰ ਤੇ ਸੁਖਬੀਰ ਤੇ ਰਾਜਾ ਵੜਿੰਗ ਦੇ ਵਿੱਚ 36 ਦਾ ਅੰਕੜਾ ਹੈ। ਗਿੱਦੜਬਾਹਾ, ਕਿਉਂਕਿ ਇਹ ਹਲਕਾ ਸਾਰਾ ਬਠਿੰਡਾ ਲੋਕ ਸਭਾ ਦਾ, ਤੇ ਗਿੱਦੜਬਾਹਾ ਦੇ ਵਿੱਚ ਵੀ ਇੱਕ ਵਕਾਰ ਦਾ ਸਵਾਲ ਹੈ ਕਿ ਅਕਾਲੀ ਦਲ ਜ਼ਿਆਦਾ ਸੀਟਾਂ ਜਿੱਤਦਾ ਹੈ ਜਾਂ ਕਾਂਗਰਸ ਦਾ ਰਾਜਾ ਵੜਿੰਗ ਜ਼ਿਆਦਾ ਸੀਟਾਂ ਜਿੱਤਦਾ ਹੈ। ਜੀ ਰਾਜਾ ਵੜਿੰਗ ਵੀ ਦੇਖੋ ਪਿਛਲੀਆਂ ਚੋਣਾਂ 'ਚ ਕਿੰਨੇ ਉਹਦੇ ਡਾਇਲੋਗ ਮਸ਼ਹੂਰ ਹੋਏ, ਖੰਘ ਦੀ ਦਵਾਈ ਹੈ ਨੀ, ਖੰਘ ਦੀ ਦਵਾਈ ਕਹਿੰਦਾ ਸੀ, ਕਿੰਨੇ ਡਾਇਲੋਗ। ਰਾਜਾ ਵੜਿੰਗ ਵੀ ਦੇਖੋ, ਰਾਜਾ ਵੜਿੰਗ ਵੀ ਜੇ ਮੈਂ ਪੰਜਾਬੀ 'ਚ ਕਹਾਂ ਤੇ ਤੱਤਾ ਲੀਡਰ ਹੈ। ਬਿਲਕੁਲ ਹੈ ਜੀ, ਤੱਤਾ ਲੀਡਰ ਹੈ, ਪੂਰਾ ਜੋਸ਼ ਵਾਲਾ ਹੈ। ਸੋ ਇਸ ਕਰਕੇ ਇਹ ਕੁਝ ਤਾਂ ਹੁਣ ਚੱਲਣਾ ਇਹਨਾਂ ਚੋਣਾਂ ਦੇ ਵਿੱਚ। ਰੱਬ ਸੌਖੇ ਰੱਖੇ ਗਗਨ ਕਿ ਹਿੰਸਾ ਨਾ ਹੋਵੇ, ਹਿੰਸਕ ਘਟਨਾਵਾਂ ਨਾ ਹੋਣ। ਉਂਝ ਸਾਰੀਆਂ ਪੋਲੀਟੀਕਲ ਪਾਰਟੀਆਂ ਤਾਂ ਚੋਣ ਕਮਿਸ਼ਨ ਕੋਲੇ ਵੀ ਜਾ ਚੁੱਕੀਆਂ ਨੇ ਕਿ ਇਹ ਚੋਣਾਂ ਨਾ ਕਰਾਓ, ਇਹ ਚੋਣਾਂ ਨਾ ਕਰਾਓ। ਪਰ ਪੰਜਾਬ ਦੇ ਸਾਰੇ ਮਸਲੇ ਨੇ ਜਿਹੜੇ ਗਰਮ ਨੇ, ਪੰਜਾਬ ਦੇ ਵੀ ਔਰ ਕੇਂਦਰ ਦੇ ਵੀ, ਔਰ ਲਗਾਤਾਰ ਤਿੱਖੇ ਸਿਆਸੀ ਬਿਆਨ ਵੀ ਆ ਰਹੇ ਨੇ। ਦਿੱਲੀ ਪੁਲਿਸ ਨੇ ਵੀ ਵੱਡਾ ਬਿਆਨ ਦਿੱਤਾ ਹੈ, ਔਰ ਮੈਂ ਚਾਹੂੰਗਾ ਕਿ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤਾਜ਼ੇ ਬਿਆਨ ਨੇ ਜਿਹੜੇ ਸਾਰੇ ਇੱਕ ਵਾਰੀ ਸੁਣਾ ਵੀ ਦਿਓ। ਜੀ ਪਾਰਲੀਮੈਂਟ 'ਚ ਮੇਰੇ ਪਾਸ ਟਾਈਮ बहुत कम सी। मेरे तो पहला तोमर जी बोले, उन्होंने यही कहा कि कानून जो 3 फार्म लाज है किसान के बेनिफिट के लिए, इसमें काला क्या है मुझे कोई बता नहीं सका। मैंने यही कहा कि आपका जो पैराग्राफ 18 है प्रेसिडेंट एड्रेस में, उसमें लिखा है कि सी टू मार्केट ये किसान को प्रोवाइड करेंगे, ओपन मार्केट प्रोवाइड करेंगे, ओपन ट्रेड प्रोवाइड करेंगे, कॉन्ट्रैक्ट फार्मिंग प्रोवाइड करेंगे। इससे सी टू मार्केट तक किसान को देंगे तो उसका फ़ायदा होगा। यही हिडन एजेंडा है कि सी टू मार्केट में 1 से 5 एकड़ वाला किसान जो गरीब है, बस वो 7 एकड़ वाला जो 90% इंडिया में है, वो ये नहीं कर सकेगा सब कुछ, क्योंकि 2 साल तक तो कंपनियां जो कॉन्ट्रैक्ट फार्मिंग में भी अच्छा रेट देंगी और जो क्रॉप आएगी उनके पास जाएगी उसका भी अच्छा रेट देंगी। जब मार्केट से आप विड्रा कर देंगे एफसीआई के, जो नीति जो कह रहा है कि विड्रा करिए, तब मोनोपोली हो जाएगी उसकी। 2 साल के बाद वो मर्जी के रेट देगा। जब किसान को उसका रेट सही ना मिला, आस्ता आस्ता कर्जाई हो जाएगा, उसकी ज़मीन चली जाएगी, और ज़मीन चलेगी मजदूर बन जाएगा। इसलिए यही इसमें काला है कि ज़मीन भी चले जाएगी और उसका कहीं आपने गारंटी नहीं दी एमएसपी की लीगल, तो वो जो एमएसपी लीगल गारंटी ना हुई, वो उनको एमएसपी नहीं मिलेगा। यही काला कानून है जिसको ख़त्म कराना चाहते हैं, जिसके लिए इतनी शहीदियाँ और इतनी देर से ठंड में ये लोग बुजुर्ग मातावां भैणां बैठे हैं। इसलिए आप इसको मानिए, इनको बुराइए। ਮੈਨੂੰ ਗੱਲ ਹੀ ਨਹੀਂ ਸਮਝ ਆਈ ਕਿ 2 ਮਹੀਨੇ ਮੀਟਿੰਗਾਂ ਦੇ ਵਿੱਚ ਤੁਸੀਂ ਫਿਰ ਕਾਹਦੇ ਲਈ ਅਮੈਂਡਮੈਂਟਾਂ ਤੇ ਮੰਨੀ ਸੀ ਜੇ ਨਹੀਂ ਠੀਕ ਤੇ ਜੇ ਸਾਰਾ ਕੁਝ ਠੀਕ ਤੁਸੀਂ ਨਾ ਮੰਨਦੇ ਹੋ। ਅਮੈਂਡਮੈਂਟ ਦਾ ਮਤਲਬ ਹੁੰਦਾ ਕਿ ਆਹ ਗਲਤੀ ਹੋਈ ਇਹਨੂੰ ਠੀਕ ਕਰ ਦਿੰਨੇ ਆ, ਇਹਦੇ ਬਦਲੇ ਆਹ ਕਰ ਦਿੰਨੇ ਆ, ਉਹਦਾ ਮਤਲਬ ਤੇ ਗਲਤੀ ਹੋਇਆ ਨਾ, ਹੋਰ ਕਿੱਦਾਂ ਸਮਝ ਆਵੇ ਫਿਰ। ਜਿਹੜਾ ਇਹਨਾਂ ਨੇ ਪਿੱਛੇ ਗਏ ਨੇ 1.5-2 ਸਾਲ, ਇਹਨਾਂ ਨੇ ਕਿਹਾ ਕਿ 2 ਸਾਲ ਅਸੀਂ ਬਾਅਦ 'ਚ ਗੱਲ ਕਰ ਲਾਂਗੇ, ਤੇ ਉਹਦਾ ਕੀ ਮਤਲਬ ਹੈ ਜੀ? ਉਹਦਾ ਮਤਲਬ ਹੀ ਇਹੀ ਹੈ। ਸੋ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਇਹ ਸਰਕਾਰ ਜਿਹੜੀ ਆ, ਇਹ ਸਭ ਕੁਝ ਸਮਝਦਿਆਂ ਹੋਇਆਂ ਵੀ ਪਾਰਲੀਮੈਂਟ 'ਚ ਆ ਕੇ ਜਿਹੜਾ ਲੋਕਤੰਤਰ ਦਾ ਮੰਦਰ ਹੈ, ਜਿੱਥੋਂ ਸਾਰੇ ਦੇਸ਼ ਨੇ ਸੁਣਨਾ ਹੁੰਦਾ, ਜਿੱਥੋਂ ਸੇਧ ਲੈਣੀ ਹੁੰਦੀ ਹੈ, ਉੱਥੇ ਆ ਕੇ ਝੂਠ ਕਿੱਦਾਂ ਮਾਰ ਦਿੰਦੇ? ਗੱਲ ਨਹੀਂ ਸਮਝ ਆਈ। ਉੱਥੇ ਕਹਿਣਾ ਚਾਹੀਦਾ ਇਹਨਾਂ ਨੂੰ ਵੀ ਸਾਡੇ ਕੋਲ ਗਲਤੀ ਹੋਈ ਆ, ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹੈ, ਕਿਸਾਨ ਨਹੀਂ ਮੰਨ ਰਿਹਾ, ਦੱਸਣਾ ਚਾਹੀਦਾ ਵੀ ਚਲੋ ਕਿਸਾਨ ਨਹੀਂ ਮੰਨਦਾ ਪਰ ਅਸੀਂ ਉਹ ਗਲਤੀ ਮੰਨਦੇ, ਪਰ ਉੱਥੇ ਆ ਕੇ ਫਿਰ ਝੂਠ ਮਾਰ ਦਿੰਦੇ ਆ। ਲੇਕਿਨ ਮੈਂ ਇਹ ਗੱਲ ਕਹੀ ਜ਼ਰੂਰ ਕਿ ਜਿਹੜਾ ਤਾਂ ਇੱਕ ਤਾਂ ਲਾਲ ਕਿਲ੍ਹੇ ਦੀ ਗੱਲ ਕਹੀ ਕਿ ਜਿਹੜੀ ਉਹ ਕਹਿੰਦੇ ਆ ਵੀ ਨੈਸ਼ਨਲ ਫਲੈਗ ਨੂੰ ਬੇਅਦਬੀ ਹੋਈ ਨਹੀਂ ਹੈ, ਲੇਕਿਨ ਉਹਨਾਂ 'ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਝੰਡੇ ਨੂੰ ਉੱਚਾ ਕਰਨ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਮੈਂ ਫਿਗਰ ਦਿੱਤੀ ਆ ਪੰਜਾਬੀਆਂ ਦੀ, ਸਾਡੀ 1% ਆਬਾਦੀ ਸੀ ਉਦੋਂ, ਅਤੇ ਅਸੀਂ 90% ਆਬਾਦੀਆਂ ਦਿੱਤੀਆਂ। ਉਸ ਕੌਮ 'ਤੇ ਉਹਨਾਂ ਨੂੰ ਅੱਤਵਾਦੀ ਕਹਿਣਾ ਅਤੇ ਉਹਨਾਂ ਨੂੰ ਕਹਿਣਾ ਵੀ ਬੇਅਦਬੀ ਕੀਤੀ ਹੈ, ਇਹ ਬਿਲਕੁਲ ਗਲਤ ਗੱਲ ਹੈ, ਉਹ ਨਹੀਂ ਹੋ ਸਕਦਾ। ਦੂਸਰਾ ਇਹ ਕਿਹਾ ਸੀ ਮੈਂ ਕਿ ਜਿਸ ਕਿਸਾਨ ਨੇ ਐਡੀ ਵੱਡੀ ਮਿਹਨਤ ਕਰਕੇ ਉਦੋਂ ਜਦੋਂ ਦੇਸ਼ ਨੂੰ ਅੰਨ ਦੀ ਜ਼ਰੂਰਤ ਸੀ, ਗ੍ਰੀਨ ਰੈਵੋਲੂਸ਼ਨ ਲਿਆ ਕੇ ਅੰਨ ਭੰਡਾਰੀ ਨਹੀਂ ਭਰੇ ਬਲਕਿ ਐਕਸਪੋਰਟ ਕੀਤੀ, ਉਸ ਨੂੰ ਅੱਜ ਸੜਕਾਂ 'ਤੇ ਬੈਠਣਾ ਪੈ ਰਿਹਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹਨੂੰ ਅੱਜ ਸਾਡੇ ਬਜ਼ੁਰਗ ਨੇ, ਔਰਤਾਂ ਨੇ, ਬੀਬੀਆਂ ਨੇ,
ਬੱਚੇ ਨੇ ਉਹ ਆ ਕੇ ਬਾਰਡਰ ਤੇ ਬੈਠੇ ਨੇ, ਜਿਨ੍ਹਾਂ ਨੇ ਅੰਨ ਭੰਡਾਰ ਭਰੇ ਇਸ ਦੇਸ਼ ਦੇ, ਉਹ ਅੱਜ ਜ਼ਮੀਨ 1.5% 2% ਤੇ ਦਿੰਦੇ 60% ਨੇ, ਉਹਨਾਂ ਨੂੰ ਅੱਜ ਇਹ ਦਲੀਲ ਹੋਣਾ ਪੈ ਰਿਹਾ। ਮੈਂ ਤੋਮਰ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਦੱਸੋ ਕਿ ਜੇ ਤੁਹਾਡੇ ਬਣਾਏ ਕਾਨੂੰਨ ਇੰਨੇ ਚੰਗੇ ਆ, ਉਹਨੂੰ ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ ਸਵੀਕਾਰ ਕਿਉਂ ਨਹੀਂ ਕਰ ਰਿਹਾ? ਐਡਾ ਵੱਡਾ ਅੰਦੋਲਨ ਇਹਨਾਂ ਬਿੱਲਾਂ ਦੇ ਖਿਲਾਫ ਕਿਉਂ ਜਿਹੜਾ ਇੰਨੇ ਲੰਬੇ ਸਮੇਂ ਤੋਂ ਚੱਲ ਰਿਹਾ? ਤੁਸੀਂ ਕਿਉਂ ਨਹੀਂ ਦੇਸ਼ ਦੀ ਜਨਤਾ ਨੂੰ ਕਨਵਿੰਸ ਕਰ ਪਾਏ ਕਿ ਇਹ ਕਾਨੂੰਨ ਬਹੁਤ ਚੰਗੇ? ਹੁਣ ਤੁਸੀਂ ਆਪਣੇ ਕਾਨੂੰਨਾਂ ਦੀ ਗੱਲ ਛੱਡ ਦਿੱਤੀ ਤੇ ਪੰਜਾਬ ਦੇ ਕਾਨੂੰਨਾਂ ਦੇ ਵਿੱਚ ਨੁਕਸ ਤੁਹਾਨੂੰ ਲੱਭਣ ਲੱਗੇ। ਮੈਂ ਤੁਹਾਨੂੰ ਪੁੱਛਦਾ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਕਾਨੂੰਨ ਦੇ ਵਿੱਚ ਜੇਲ੍ਹ ਦੀ ਪ੍ਰੋਵੀਜ਼ਨ, ਪਹਿਲਾਂ ਇਹ ਤਾਂ ਦੱਸੋ ਕਿ 8-10 ਸਾਲਾਂ ਦੇ ਵਿੱਚ ਕਿਸੇ ਇੱਕ ਵੀ ਕਿਸਾਨ ਨੂੰ ਜੇਲ੍ਹ ਹੋਈ? ਲੋਕੀ ਤੁਹਾਡੇ ਤੇ ਭਰੋਸਾ ਨਹੀਂ ਕਰ ਰਹੇ, ਲੋਕੀ ਤੁਹਾਡੇ ਕੰਮ ਕਰਨ ਦੇ ਸਟਾਈਲ ਤੇ ਭਰੋਸਾ ਨਹੀਂ ਕਰ ਰਹੇ, ਲੋਕੀ ਤੁਹਾਡੇ ਫੈਸਲੇ ਲੈਣ ਦੇ ਤਰੀਕੇ ਤੇ ਭਰੋਸਾ ਨਹੀਂ ਕਰ ਰਹੇ। ਤੁਸੀਂ ਉਹਨੂੰ ਸੁਧਾਰੋ, ਨਾ ਕਿ ਦੂਜਿਆਂ ਦੇ ਵਿੱਚ ਨੁਕਸ ਕੱਢੋ। ਗਾਜ਼ੀਪੁਰ ਬਾਰਡਰ ਪਹੁੰਚੇ ਹਾਂ ਔਰ ਰਕੇਸ਼ ਟਕੈਤ ਜੀ ਅਤੇ ਸਮੂਹ ਭਾਰਤੀ ਕਿਸਾਨ ਯੂਨੀਅਨ ਜਥੇਬੰਦੀਆਂ ਦਾ ਸਮਰਥਨ ਕਰਦੇ। ਉਹ ਇਸ ਲਈ ਕਿ ਜਿਹੜਾ 26 ਦੇ ਵਾਕਿਆਤ ਤੋਂ ਬਾਅਦ ਅਗਰ ਅੰਦੋਲਨ ਅੱਜ ਖੜਾ ਇਸ ਦੇਸ਼ ਵਿੱਚ ਕਿਸਾਨਾਂ ਦਾ, ਉਹ ਰਕੇਸ਼ ਟਕੈਤ ਜੀ ਦੀ ਬਦੌਲਤ ਹੈ। ਇਹਨਾਂ ਨੂੰ ਸਲਾਮ ਤੇ ਸਾਡਾ ਸਲੂਟ। ਬੀਜੇਪੀ ਨੇ, ਆਰਐਸਐਸ ਨੇ ਜਿਹੜਾ ਇਸ ਅੰਦੋਲਨ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ, ਇਸ ਨੂੰ ਫਿਰਕਾ ਪ੍ਰਸਤੀ ਦਾ ਜਾਂ ਕਮਿਊਨਲ ਰੰਗਤ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਇਹਨਾਂ ਨੇ ਬਹੁਤ ਬਹਾਦਰੀ ਦੇ ਨਾਲ ਇਹਨਾਂ ਨੇ ਉਸ ਨੂੰ ਡਿਫੈਂਡ ਕੀਤਾ। ਔਰ ਮੈਂ ਹਰਿਆਣਾ, ਉੱਤਰ ਪ੍ਰਦੇਸ਼, ਵਿਸ਼ੇਸ਼ ਤੌਰ ਤੇ ਸਾਡੇ ਜਾਟ ਭਰਾਵਾਂ ਦਾ, ਗੁੱਜਰ ਵੀਰਾਂ ਦਾ, ਮੁਸਲਮਾਨ ਵੀਰਾਂ ਦਾ, ਸਾਰੀਆਂ ਬਰਾਦਰੀਆਂ ਦਾ, ਇਹਨਾਂ ਦੀ ਇੱਕ ਸੱਦੇ ਦੇ ਉੱਤੇ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੀਆਂ ਟਰੈਕਟਰ ਟਰਾਲੀਜ਼ ਤੇ ਜੋ ਉੱਥੇ ਪਹੁੰਚੇ ਬਹਾਦਰ ਕਿਸਾਨਾਂ ਨੇ, ਖੇਤ ਮਜ਼ਦੂਰਾਂ ਨੇ ਸਾਬਤ ਕਰ ਦਿੱਤਾ ਕਿ ਸਾਨੂੰ ਜਿਹੜੀਆਂ ਚਾਲਾਂ ਬੀਜੇਪੀ ਚੱਲ ਰਹੀ ਸੀਗੀ, ਸਾਨੂੰ ਜ਼ਾਤ-ਪਾਤ, ਧਰਮ ਦੇ ਆਧਾਰ ਤੇ ਵੰਡਣ ਦੇ, ਉਸ ਨੂੰ ਸਭ ਨੂੰ ਨਕਾਰ ਦਿੱਤਾ। ਸੋ ਇਹ ਖਾਸ ਤੇ ਤਾਜ਼ੇ ਬਿਆਨ ਸੀ ਜਿਨ੍ਹਾਂ ਦੇ ਵਿੱਚੋਂ ਗੱਲਾਂ ਬਾਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਨਿਕਲਣਗੀਆਂ, ਕਿਉਂਕਿ ਸਿਆਸੀ ਇਲਜ਼ਾਮਾਂ ਦਾ ਦੌਰ ਹੈ ਤੇ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਉਦੋਂ ਤੱਕ ਇਹ ਇਲਜ਼ਾਮ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਉਸ ਤੋਂ ਬਾਅਦ ਥੋੜਾ ਸਮਾਂ ਪੈਣ ਤੋਂ ਬਾਅਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵੱਲ ਹੋ ਕੇ ਇਲਜ਼ਾਮਾਂ ਦੀ ਕੜੀ ਫਿਰ ਅੱਗੇ ਵਧੂਗੀ। ਸੋ ਫਿਲਹਾਲ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ।